ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਇਮੀਗ੍ਰੇਸ਼ਨ ਗੁਰੂ ਦੇ ਵਿੱਚ। ਤੁਹਾਡੇ ਲਈ ਇੱਕ ਵਾਰ ਫੇਰ ਨਵੀਆਂ ਇਮੀਗ੍ਰੇਸ਼ਨ ਅਪਡੇਟਸ ਲੈ ਕੇ ਹਾਜ਼ਰ ਹਾਂ। ਅੱਜ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਮੇਸ਼ਾ ਦੀ ਤਰ੍ਹਾਂ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਨ੍ਹਾਂ ਦੇ ਨਾਲ ਨਵੀਆਂ ਅਪਡੇਟਸ ਬਾਰੇ ਗੱਲਬਾਤ ਕਰਾਂਗੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਸਿਮਰਨ ਸਾਹਿਬ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਭੈਣਾਂ ਭਰਾਵਾਂ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਸਿਮਰਨ ਜੀ, ਥੈਂਕ ਯੂ ਮਨੂ ਜੀ ਸਟੂਡੀਓ ਵਿੱਚ ਆਉਣ ਲਈ। ਅੱਛਾ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਜਿਹੜਾ ਨਵਾਂ ਡਰਾਅ ਆਇਆ ਉਹਦੇ ਬਾਰੇ ਜਾਣਕਾਰੀ ਦਿਓ ਦਰਸ਼ਕਾਂ ਨੂੰ ਵੀ ਕਿੰਨੇ ਤੇ ਅੱਜ ਜਿਹੜਾ ਨਵਾਂ ਡਰਾਅ ਆਇਆ। ਬਿਲਕੁਲ ਸਿਮਰਨ ਜੀ, 23 ਮਾਰਚ ਹੈਗੀ ਹੈ ਐਂਡ ਅੱਜ ਇੱਕ ਸਰਪ੍ਰਾਈਜ਼ ਡਰਾਅ 7000 ਇਨਵੀਟੇਸ਼ਨ ਦਿੱਤੇ ਗਏ ਨੇ। ਠੀਕ ਹੈ। ਐਂਡ 484 ਦੇ CRS ਦੇ ਸਕੋਰ ਤੇ ਡਰਾ ਆਊਟ ਹੋਇਆ। ਠੀਕ ਹੈ। ਸੋ ਕੰਗ੍ਰੈਚੁਲੇਸ਼ਨ ਸਾਰੇ ਦੋਸਤਾਂ ਨੂੰ ਜਿਨ੍ਹਾਂ ਦਾ 484 ਤੇ ਪਿਕ ਹੋਇਆ। ਐਂਡ ਇੱਕ ਨਵੀਂ ਉਮੀਦ ਬਣੀ ਹੈ ਬਿਕੋਜ਼ ਕਾਫੀ ਦੋਸਤ ਵੇਟ ਕਰ ਰਹੇ ਸੀ ਕਿ 490 ਤੋਂ ਕਦੋਂ ਥੱਲੇ ਮੂਵਮੈਂਟ ਸ਼ੁਰੂ ਹੁੰਦੀ ਹੈ। ਸੋ ਫਾਈਨਲੀ ਡਰਾਜ਼ 2 ਹੋਣ ਨਾਲ 7,000 ਦੇ 2 ਡਰਾਜ਼ ਹੋਏ ਨੇ। ਪਿਛਲਾ ਡਰਾ ਵੀ ਮਾਰਚ ਦੇ ਵਿੱਚ ਜਿਹੜਾ ਹੋਇਆ ਸੀ 490 ਤੇ ਸੀਗਾ, 7,000 ਇਨਵੀਟੇਸ਼ਨ ਉਹਦੇ ਵਿੱਚ ਵੀ ਸੀਗੇ। ਸੋ ਇਸ 484 ਦੇ ਡਰਾ ਤੇ 7,000 ਇਨਵੀਟੇਸ਼ਨ ਹੋਰ ਦਿੱਤੇ ਗਏ ਨੇ ਵਿਚ ਇਜ਼ ਅ ਅਮੇਜ਼ਿੰਗ ਥਿੰਗ। ਐਂਡ ਹੁਣ ਸਕੋਰ ਥੱਲੇ ਮੂਵ ਹੋਣਾ ਸ਼ੁਰੂ ਹੋ ਗਿਆ। ਐਂਡ ਦਿਸ ਇਜ਼ ਅ ਵੈਰੀ ਗੁੱਡ ਟਾਈਮ। ਜਿੰਨੇ ਵੀ ਪ੍ਰੋਫਾਈਲ ਨਹੀਂ ਕ੍ਰੀਏਟ ਕੀਤਾ, ਆਪਣਾ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ। ਬਿਲਕੁਲ ਜੀ। ਅੱਛਾ ਮਨੂ ਜੀ, ਕਿਉਂਕਿ ਹੁਣ ਜਿਹੜਾ 2023 ਦੇ ਵਿੱਚ ਕਾਫੀ ਉਮੀਦਾਂ ਨੇ ਸਰਕਾਰ ਤੋਂ, ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ। ਤੁਹਾਡੇ ਹਿਸਾਬ ਦੇ ਨਾਲ ਇਸ ਸਾਲ ਦੇ ਵਿੱਚ ਕਿਹੜੇ ਜਿਹੜੇ ਆਕੂਪੇਸ਼ਨਸ ਨੇ ਜਿਨ੍ਹਾਂ ਤੇ ਫੋਕਸ ਰਹੇਗਾ ਜ਼ਿਆਦਾ? ਸਿਮਰਨ ਜੀ, 3 ਸਟਰੀਮਸ ਤਾਂ ਆ ਗਈਆਂ ਸਾਹਮਣੇ ਜਿਨ੍ਹਾਂ ਦੇ ਉੱਤੇ ਫੋਕਸ ਬਣਿਆ ਹੋਇਆ। ਅਸੀਂ ਓਨਟਾਰੀਓ PNP ਦਾ ਵੀ ਦੇਖ ਲਈਏ, ਸਾਰੇ ਪ੍ਰੋਵਿੰਸਿਸ ਦਾ ਦੇਖ ਲਈਏ, 3 ਸਟਰੀਮਸ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਹੈ। ਪਹਿਲੀ ਤਾਂ ਹੈਗੀ ਹੈਲਥ ਕੇਅਰ ਦੇ ਉੱਤੇ। ਹੈਲਥ ਕੇਅਰ ਦੇ ਵਿੱਚ ਡਾਕਟਰਸ ਹੈਗੇ ਨੇ, ਫਿਜ਼ੀਓਥੈਰਾਪਿਸਟ ਹੈਗੇ ਨੇ, ਡਾਈਟੀਸ਼ੀਅਨਸ ਹੈਗੇ ਨੇ, ਡੈਂਟਿਸਟ ਹੈਗੇ ਨੇ, ਆਪਥਮੋਲੋਜਿਸਟ ਹੈਗੇ ਨੇ, ਸਰਜਨਸ ਹੈਗੇ ਨੇ, ਕਾਰਡੀਓਲੋਜਿਸਟ। ਹਰ ਫੀਲਡ ਦੇ ਹੈਲਥ ਕੇਅਰ ਦੇ ਤਕਰੀਬਨ ਆਕੂਪੇਸ਼ਨਸ ਪਿਕ ਹੋ ਰਹੇ ਨੇ। ਨਰਸਿਸ ਨੂੰ ਲੈ ਲਈਏ, ਉਹਨਾਂ ਦੀ ਵੀ ਹਰ ਸਟਰੀਮ ਦੇ ਵਿੱਚ ਆਕੂਪੇਸ਼ਨਸ ਪਿਕ ਹੋ ਰਹੇ ਨੇ। ਐਂਡ ਓਨਟਾਰੀਓ ਨੇ ਜਿਹੜਾ ਲੇਟੈਸਟ ਐਕਸਪ੍ਰੈਸ਼ਨ ਆਫ ਇੰਟਰਸਟ ਦਿੱਤਾ ਹੈ ਉਹ ਤੇ 400 ਦੇ ਕੱਟ ਆਫ ਦੇ ਦਿੱਤਾ। ਸੋ ਇੱਕ ਹੈਲਥ ਕੇਅਰ ਇਜ਼ ਗੋਇੰਗ ਟੂ ਬੀ ਦਾ ਮੇਜਰ ਸਟਰੀਮ। ਦੂਸਰੀ ਰਹੇਗੀ ਜੀ IT ਰਿਲੇਟਡ। ਜਿੰਨੇ ਵੀ ਸੌਫਟਵੇਅਰ, ਵੈਬ ਡਿਵੈਲਪਿੰਗ, ਡਾਟਾ ਐਨਾਲਿਸਟ ਹੈਗੇ ਨੇ, ਉਹਨਾਂ ਦੇ ਉੱਤੇ ਫੋਕਸ ਰਹਿਣ ਵਾਲਾ ਹੈਗਾ ਇਸ ਸਾਲ ਦੇ ਵਿੱਚ। ਸੋ IT ਰਿਲੇਟਡ ਜੇ ਤੁਹਾਡਾ ਹੈਗਾ ਹੈ, ਹੈਲਥ ਕੇਅਰ ਰਿਲੇਟਡ ਹੈ, ਯੂ ਸ਼ੁੱਡ ਡੈਫੀਨੇਟਲੀ ਬੀ ਕ੍ਰੀਏਟਿੰਗ ਯੋਰ ਪ੍ਰੋਫਾਈਲ। ਤੀਸਰਾ ਆ ਗਿਆ ਜੀ ਟ੍ਰੇਡਸ ਦੇ ਉੱਤੇ। ਸਿਮਰਨ ਜੀ, ਟ੍ਰੇਡਸ ਦੇ ਵਿੱਚ ਸਾਰੇ ਟ੍ਰੇਡਸ ਆ ਗਏ ਇਸ ਟਾਈਮ ਤੇ। ਹੋਇਆ ਕੀ ਹੈਗਾ ਕਿ ਬਹੁਤ ਸਾਰੇ ਲੋਕਾਂ ਨੇ ਰਿਟਾਇਰਮੈਂਟਸ ਲੈ ਲਈਆਂ ਹੈਗੀਆਂ ਕੋਵਿਡ ਦੇ ਕਰਕੇ। ਜਿਨ੍ਹਾਂ ਨੇ ਅਗਲੇ 5 ਸਾਲ 10 ਸਾਲ ਦੇ ਵਿੱਚ ਰਿਟਾਇਰ ਹੋਣਾ ਸੀ, ਉਹਨਾਂ ਨੇ 5 ਸਾਲ 10 ਸਾਲ ਪ੍ਰੀਪੋਨ ਕਰ ਲਈ ਆਪਣੀ ਰਿਟਾਇਰਮੈਂਟ, ਜਿਹਦੇ ਕਰਕੇ ਇਸ ਟਾਈਮ ਬਹੁਤ ਸਾਰੀਆਂ ਸ਼ਾਰਟੇजेस ਬਣੀਆਂ ਹੋਈਆਂ। ਹੁਣ ਟ੍ਰੇਡ ਦੇ ਵਿੱਚ ਅਸੀਂ ਗੱਲ ਕਰੀਏ ਵੈਲਡਰਸ ਦੀ, ਇਲੈਕਟ੍ਰੀਸ਼ੀਅਨਸ ਦੀ, ਪਲੰਬਰਸ ਦੀ, ਮਸ਼ੀਨਿਸਟ ਦੀ, ਟੂਲ ਆਪਰੇਟਰ, CNC ਪ੍ਰੋਗਰਾਮਰਸ ਦੀ, ਟੂਲ ਐਂਡ ਡਾਈ ਮੇਕਰਸ ਦੀ, ਮਸ਼ੀਨਿਸਟ ਦੀ, ਬ੍ਰਿਕ ਲੇਅਰਸ ਦੀ, ਕੰਕਰੀਟ ਫਿਨਿਸ਼ਰਸ ਦੀ, ਹਰ ਫੀਲਡ ਦੀ ਇਸ ਟਾਈਮ ਤੇ ਸ਼ਾਰਟੇजेस ਬਣੀਆਂ ਹੋਈਆਂ ਹੈਗੀਆਂ। ਐਂਡ ਦਿਸ ਇਜ਼ ਅ ਵੈਰੀ ਗੁੱਡ ਟਾਈਮ। ਜੇ ਤੁਸੀਂ ਟ੍ਰੇਡ ਦੇ ਨਾਲ ਜੁੜੇ ਹੋਏ ਹੋ, ਤੁਸੀਂ ITI ਕੀਤੀ ਹੋਈ ਹੈਗੀ ਹੈ, ਤੇ ਦਿਸ ਇਜ਼ ਦਾ ਰਾਈਟ ਟਾਈਮ ਕਿ ਆਪਣਾ ਪ੍ਰੋਫਾਈਲ ਕ੍ਰੀਏਟ ਕਰੋ PNP ਦੇ ਵਿੱਚ ਵੀ ਐਂਡ ਐਕਸਪ੍ਰੈਸ ਦੇ ਵਿੱਚ ਵੀ। ਯੂ ਨੈਵਰ ਨੋ ਕਿ ਕਿਸ ਡਰਾ ਤੇ ਤੁਹਾਡੀ ਐਪਲੀਕੇਸ਼ਨ ਪਿਕ ਹੋ ਜਾਵੇ। ਓਨਟਾਰੀਓ ਨੇ 260 ਐਂਡ ਪਲੱਸ ਦੇ ਉੱਤੇ ਐਕਸਪ੍ਰੈਸ਼ਨ ਆਫ ਇੰਟਰਸਟ ਲਾਸਟ ਟਾਈਮ ਪਿਕ ਕੀਤੇ ਸੀਗੇ। ਸੋ ਯੂ ਡੂ ਨਾਟ ਨੋ। ਐਂਡ ਜੇ ਤੁਹਾਨੂੰ ਕੋਈ ਜੌਬ ਆਫਰ ਮਿਲਦੀ ਹੈ, ਇੰਪਲੋਇਰ ਤੋਂ ਮਿਲਦੀ ਹੈ, ਗੋ ਫॉर ਇਟ ਨਾਓ। ਐਂਡ ਟ੍ਰੇਡ ਦੇ ਵਿੱਚ ਤੁਹਾਡੇ PNP ਦੇ ਚਾਂਸਸ ਬਹੁਤ ਬ੍ਰਾਈਟ ਹੈਗੇ ਨੇ ਇਸ ਟਾਈਮ ਦੇ ਵਿੱਚ। ਬਿਲਕੁਲ ਜੀ। ਅੱਛਾ ਮਨੂ ਜੀ, ਜਦ ਤੁਸੀਂ PNP ਦੀ ਵੀ ਗੱਲ ਕੀਤੀ ਆ, ਤੇ PNP ਦੇ ਵਿੱਚ ਵੀ ਕੁਝ ਜਿਹੜਾ ਕੋਟਾ ਉਹਦੇ ਵਿੱਚ ਇਨਕਰੀਜ਼ ਕੀਤੀ ਹੈ, ਤੇ ਨਾਲ ਹੀ ਕਿਉਂਕਿ ਆਪਾਂ ontario ਤੋਂ ਪ੍ਰੋਗਰਾਮ ਕਰ ਰਹੇ ਹਾਂ, ਤੇ ontario ਦੇ ਵਿੱਚ ਕੀ ਹੈ, ਕਿਸ ਤੇ ਫੋਕਸ ਰਹੇਗਾ? ਸਿਮਰਨ ਜੀ, ਬਿਲਕੁਲ ਸਾਰੇ ਪ੍ਰੋਵਿੰਸਿਸ ਦਾ, ਬਿਕੋਜ਼ ਫੈਡਰਲ ਤੇ ਪ੍ਰੋਵਿੰਸ਼ੀਅਲਸ ਦਾ ਨਾ ਐਗਰੀਮੈਂਟ ਡਿਊ ਸੀਗਾ 2022 ਔਨਵਰਡਸ। ਸੋ ਫਾਈਨਲੀ ਜਾ ਕੇ ਉਹ ਐਗਰੀਮੈਂਟ ਹੁਣ ਹੋ ਗਿਆ ਹੈਗਾ। ਓਨਟਾਰੀਓ ਦਾ ਜਿਹੜਾ ਕੋਟਾ ਸੀਗਾ ਉਹ 9500 ਐਪਲੀਕੇਸ਼ਨ ਦਾ ਸੀਗਾ ਸਾਲ ਦਾ, ਉਹ ਵੱਧ ਕੇ 16,500 ਐਪਲੀਕੇਸ਼ਨਸ ਤੇ ਚਲਾ ਗਿਆ ਫॉर 2023। ਐਂਡ 2025 ਤੇ ਉਹੀ ਕੋਟਾ 18,000 ਐਪਲੀਕੇਸ਼ਨ ਤੇ ਚਲੇ ਜਾਣਾ। ਇਸੇ ਤਰ੍ਹਾਂ ਸੈਸਕੈਚੁਆਨ ਦਾ, ਮੈਨੀਟੋਬਾ ਦਾ ਕੋਟਾ ਉਹ 40-42% 45% ਦੇ ਇਨਕਰੀਮੈਂਟਸ ਦਿੱਤੇ ਗਏ ਨੇ। ਜਿਹੜਾ ਐਲਬਰਟਾ ਦਾ ਹੈਗਾ 12,500 ਐਪਲੀਕੇਸ਼ਨ ਤੇ ਚਲਾ ਗਿਆ। ਮੈਨੀਟੋਬਾ ਚਲਾ ਗਿਆ 9800 ਐਪਲੀਕੇਸ਼ਨ ਤੇ ਚਲਾ ਗਿਆ, 9500 ਐਪਲੀਕੇਸ਼ਨ ਤੇ। ਇਸੇ ਤਰ੍ਹਾਂ ਸੈਸਕੈਚੁਆਨ ਵੰਡ ਕੇ 8,500 ਐਪਲੀਕੇਸ਼ਨ ਤੇ ਆ ਗਿਆ, 8800 ਐਪਲੀਕੇਸ਼ਨ ਤੇ। ਸੋ ਹਰ ਪ੍ਰੋਵਿੰਸ ਦਾ ਇਸ ਟਾਈਮ ਕੋਟਾ ਵੱਧ ਰਿਹਾ। ਐਂਡ ਇਹੀ 3 ਸਟਰੀਮਸ ਹੈਗੀਆਂ, ਹੈਲਥ ਕੇਅਰ, IT ਰਿਲੇਟਡ, ਸੌਫਟਵੇਅਰ ਰਿਲੇਟਡ ਜਾਂ ਟ੍ਰੇਡਸ। ਇਹਨਾਂ 3 ਸਟਰੀਮਸ ਦੇ ਉੱਤੇ ਫੋਕਸ ਰਹਿਣੇ ਵਾਲਾ। ਬਾਕੀ ਤੇ ਜਿਹੜੇ ਨਾਲ ਡਰਾਜ਼ ਪਿਕ ਹੋਣਗੇ ਉਹ ਹੁੰਦੇ ਰਹਿਣਗੇ ਜੀ। ਠੀਕ ਹੈ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੇ ਵਿੱਚ, ਤਾਂ ਜਿਹੜੇ ਬਹੁਤ ਸਾਰੇ ਟ੍ਰੇਡਸ ਨੇ ਜਿਹੜੇ
ਇਹਦੇ ਵਿੱਚ ਆਉਂਦੇ ਨੇ, ਸੋ ਉਹਦੇ ਤੇ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗੇ ਵੀ ਕਿਹੜੇ ਜੇ ਟ੍ਰੇਡਸ ਨੇ ਜਿਨ੍ਹਾਂ ਦੇ ਵਿੱਚ ਕਿਉਂਕਿ ਤੁਸੀਂ ਆਮ ਹੀ ਗੱਲ ਕਰਦੇ ਆ ਵੀ ਸਾਡੇ ਕੋਲ ਜਿਹੜੀਆਂ ਓਪਨਿੰਗਸ ਹੁੰਦੀਆਂ ਨੇ, ਵੀ ਹੁਣ ਇਸ ਸਮੇਂ ਕਿਹੜੇ ਟ੍ਰੇਡਸ ਨੇ ਜਿਨ੍ਹਾਂ ਦੇ ਵਿੱਚ ਤੁਹਾਡੇ ਕੋਲ ਓਪਨਿੰਗਸ ਹੈਗੀਆਂ ਨੇ? ਸਿਮਰਤ ਜੀ, ਸਾਡੇ ਕੋਲ 2 ਟ੍ਰੇਡਸ ਦੇ ਵਿੱਚ ਖਾਸ ਕਰ ਵੈਲਡਰਸ ਦੀਆਂ ਓਪਨਿੰਗਸ ਅੱਜ ਮੌਜੂਦ ਹੈਗੀਆਂ। ਜੇ ਤੁਹਾਡੇ ਕੋਲ ਵੈਲਡਿੰਗ ਦਾ ਐਕਸਪੀਰੀਅੰਸ ਹੈ, ਆਪਣਾ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰ ਦਿਓ। ਵੈਲਡਿੰਗ ਦਾ ਐਕਸਪੀਰੀਅੰਸ ਹੈਵੀ ਵੈਲਡਿੰਗ ਦਾ ਹੋਣਾ ਚਾਹੀਦਾ ਹੈ। ਜੇ ਤੁਸੀਂ ਸ਼ਿਪ ਯਾਰਡ ਦੇ ਵਿੱਚ ਆਇਲ ਐਂਡ ਗੈਸ ਦੇ ਵਿੱਚ ਕੰਮ ਕੀਤਾ ਹੋਇਆ ਜਾਂ ਕਿਸੇ ਹੈਵੀ ਵੈਲਡਿੰਗ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੋਇਆ, ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਨਾਲ ਦੀ ਨਾਲ CNC ਪ੍ਰੋਗਰਾਮਰਸ, ਮਸ਼ੀਨਿਸਟ ਜਿਹੜੇ ਹੈਗੇ ਨੇ, ਆਪਣੀ ਡਿਟੇਲਸ। ਇੱਕ ਬਹੁਤ ਸਾਰੇ ਸਾਡੇ ਨਾ ਇੰਡੀਆ ਦੇ ਸਾਡੇ ਵਿੱਚ ਬੱਚੇ ਸਟੱਡੀਜ਼ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਉਹ ਮਕੈਨੀਕਲ ਦੀ ਪੜ੍ਹਾਈ ਕਰਨ ਚਲੇ ਜਾਂਦੇ, ਮਕੈਨੀਕਲ ਦੇ ਡਿਪਲੋਮੇ ਕਰਨ ਚਲੇ ਜਾਂਦੇ ਨੇ। ਸੋ ਜਿੰਨੇ ਵੀ BTech ਕੀਤੀ ਹੈ ਜਾਂ ਡਿਪਲੋਮਾ ਮਕੈਨੀਕਲ ਦਾ ਕੀਤਾ ਆ, ਮਸ਼ੀਨਿਸਟ ਦੇ ਤੌਰ ਤੇ ਕੰਮ ਕੀਤਾ, ਤੇ ਉਹਨਾਂ ਵਾਸਤੇ ਸਾਡੇ ਕੋਲ ਓਪਨਿੰਗਸ ਹੈਗੀਆਂ। ਐਂਡ ਇਹ ਦੋਨੋਂ EMPLOYER ਜਿਹੜੇ ਹੈਗੇ ਨੇ PNP ਕੁਆਲੀਫਾਈਡ ਹੈਗੇ ਨੇ, ਤੁਹਾਨੂੰ ਵਰਕ ਪਰਮਿਟ ਤੇ ਲੈ ਕੇ ਆਣਗੇ, ਅੱਛੀ ਸੈਲਰੀ ਦੇਣਗੇ, ਅੱਛਾ ਮਾਹੌਲ ਹੈਗਾ, ਐਂਡ ਤੁਸੀਂ ਉੱਥੇ ਕੰਮ ਕਰਦੇ ਹੋਏ PNP ਵਾਸਤੇ ਵਿਦ ਫੈਮਿਲੀ ਕੁਆਲੀਫਾਈ ਕਰ ਸਕਦੇ ਹੋ ਪਰਮਨੈਂਟ ਰੈਜ਼ੀਡੈਂਸੀ ਵਾਸਤੇ। ਇਹਦੇ ਨਾਲ ਨਾਲ ਸਾਡੇ ਕੋਲ ਟਰੱਕਿੰਗ ਦੀਆਂ ਜੌਬ ਓਪਨਿੰਗਸ ਹੈਗੀਆਂ। ਆਪਣਾ ਜੇ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ, ਜਿੰਨੇ ਵੀ ਸਾਡੇ ਦੋਸਤ ਓਪਨ ਵਰਕ ਪਰਮਿਟ ਤੇ ਜੇ ਤੁਸੀਂ ਹੈਗੇ ਹੋ, ਆਪਣਾ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਆਪਣੀ ਡਿਟੇਲਸ ਤੁਹਾਨੂੰ ਕੀ ਚਾਹੀਦੀ ਹੈ? ਤੁਹਾਡਾ CVR ਚਾਹੀਦਾ ਹੈ, ਤੁਹਾਡਾ ਡਰਾਈਵਿੰਗ ਲਾਇਸੈਂਸ ਚਾਹੀਦਾ ਹੈ, ਤੁਹਾਡਾ ਰੈਜ਼ੂਮੇ ਦੀ ਕਾਪੀ ਚਾਹੀਦੀ ਹੈ। ਬਹੁਤ ਸਾਰੇ ਸਟੂਡੈਂਟਸ ਸਿਮਰਤ ਜੀ ਇਹੋ ਜਿਹੇ ਹੈਗੇ ਨੇ ਜਿਹੜੇ ਗ੍ਰੇਡ 12 ਕਰਕੇ ਆਏ ਹੋਏ ਨੇ, ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਉਹਨਾਂ ਦੇ ਪੁਆਇੰਟਸ 400 ਤੋਂ ਥੱਲੇ ਨਜ਼ਰ ਆ ਰਹੇ ਨੇ। ਐਂਡ ਅੱਜ ਦੀ ਤਰੀਕ ਦੇ ਵਿੱਚ PNP ਐਟਲਾਂਟਿਕ ਵਾਲੇ ਜਿਹੜੇ ਹੈਗੇ ਨੇ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ ਦਾ ਟਰੱਕ ਡਰਾਈਵਰਸ ਵਾਸਤੇ ਬੜੇ ਹੀ ਕੰਡਿਊਸਿਵ ਹੈਗੇ ਨੇ। ਸੋ ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਗ੍ਰੇਡ 12 ਕਰਕੇ ਆਏ ਨੇ, ਜਾਂ ਜਿਹੜੇ ਸਪਾਊਜ਼ਸ ਜਿਨ੍ਹਾਂ ਦੇ ਸਪਾਊਜ਼ ਇੱਥੇ ਪੜ੍ਹਾਈ ਕਰ ਰਹੇ ਨੇ ਜਾਂ ਜੌਬ ਕਰ ਰਹੇ ਨੇ, ਐਂਡ ਇੱਕ ਸਪਾਊਜ਼ ਨੂੰ ਓਪਨ ਵਰਕ ਪਰਮਿਟ ਟਰੱਕਿੰਗ ਦੇ ਵਿੱਚ ਹੈਗਾ। ਸੋ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਤੁਸੀਂ ਰਾਈਟ ਅਵੇ ਜੁਆਇਨ ਕਰ ਸਕਦੇ ਹੋ। ਅੱਛੀ ਸੈਲਰੀਜ਼ ਹੈਗੀਆਂ, ਕ੍ਰਾਸ ਕੈਨੇਡਾ ਕੰਮ ਕਰੋਗੇ, ਕ੍ਰਾਸ ਨਾਰਥ ਅਮਰੀਕਾ ਕੰਮ ਕਰੋਗੇ, ਐਂਡ EMPLOYER PNP ਵਾਸਤੇ ਕੁਆਲੀਫਾਈਡ ਹੈਗਾ। ਦੇ ਵਿਲ ਹੈਲਪ ਯੂ ਇਨ PNPs ਐਜ਼ ਵੈਲ। ਸੋ ਦਿਸ ਇਜ਼ ਅ ਵੈਰੀ ਵੈਰੀ ਗੁੱਡ ਟਾਈਮ। ਜੇ ਇਹਨਾਂ 3 ਟ੍ਰੇਡਸ ਦੇ ਨਾਲ ਤੁਹਾਡਾ ਤਾਲੁਕ ਹੈਗਾ ਤੇ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਜੇ ਬਾਕੀ ਵੀ ਟ੍ਰੇਡ ਦੇ ਨਾਲ ਤਾਲੁਕ ਹੈਗਾ ਤੇ ਆਪਣੀ ਪ੍ਰੋਫਾਈਲਸ ਕਿਸੇ EMPLOYER ਨਾਲ ਸ਼ੇਅਰ ਕਰੋ, ਬਿਕੋਜ਼ ਦਿਸ ਇਜ਼ ਦਾ ਮੋਮੈਂਟ ਜਿਹਦਾ ਤੁਸੀਂ ਫਾਇਦਾ ਲੈ ਸਕਦੇ ਹੋ। 8.5 ਲੱਖ ਓਪਨਿੰਗਸ ਅੱਜ ਵੀ ਐਗਜ਼ਿਸਟ ਕਰਦੀਆਂ ਹੈਗੀਆਂ ਜੀ। ਕਾਫੀ ਵੱਡਾ ਨੰਬਰ ਹੈ ਮਨੂ ਜੀ, ਅਜੇ ਵੀ। ਬਿਲਕੁਲ। ਅੱਛਾ, ਆਪਾਂ ਫਿਰ ਨਾਲ ਹੀ ਜਿਹੜੇ 2 ਹਮੇਸ਼ਾ ਹਰ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਟੂਡੈਂਟਸ ਤੇ ਵਿਜ਼ਟਰ ਬਾਰੇ, ਤੇ ਸਟੂਡੈਂਟਸ ਬਾਰੇ ਵੀ ਦੱਸੋ ਵੀ ਕੀ ਉਹਨਾਂ ਦੇ ਕੋਲ ਆਪਸ਼ਨਸ ਨੇ ਇਸ ਸਮੇਂ? ਸਿਮਰਤ ਜੀ, ਜਿਹੜੇ ਹੁਣ ਸਭ ਤੋਂ ਵੱਡਾ ਐਡਵਾਂਟੇਜ ਆਇਆ ਕਿ 18 ਮਹੀਨੇ ਦੀ ਐਕਸਟੈਂਸ਼ਨਸ ਉਹਨਾਂ ਨੂੰ ਦੁਬਾਰਾ ਮਿਲ ਗਈ। ਬਹੁਤ ਵੱਡੀ ਹੈ ਕਿ ਬੋਨਸ ਹੈ, ਬਹੁਤ ਵੱਡਾ ਬੋਨਸ ਮਿਲਿਆ। ਸੋ ਜੇ 2022 ਦੇ ਵਿੱਚ ਜਿਹਨਾਂ ਦਾ ਐਕਸਪਾਇਰ ਹੋਇਆ ਜਾਂ 2023 ਦੇ ਵਿੱਚ ਹੋਣ ਜਾ ਰਿਹਾ, ਸਾਰੇ 18 ਮਹੀਨੇ ਦੀ ਐਲੀਜੀਬਿਲਟੀ ਵਾਸਤੇ ਐਲੀਜੀਬਲ ਹੈਗੇ ਨੇ। ਸੋ ਸਭ ਤੋਂ ਪਹਿਲਾਂ ਜੇ ਤੁਸੀਂ ਐਲੀਜੀਬਲ ਹੈਗੇ ਹੋ, ਦਿਸ ਇਜ਼ ਦਾ ਟਾਈਮ ਕਿ ਤੁਸੀਂ ਓਪਰਚੁਨਿਟੀ ਦੇਖੋ ਕਿ ਮੈਂ PR ਕਿਸ ਤਰ੍ਹਾਂ ਹੋ ਰਿਹਾ। ਜੇ ਓਨਟਾਰੀਓ ਦੇ ਵਿੱਚ ਤੁਹਾਡੇ ਪੁਆਇੰਟਸ ਬਣ ਰਹੇ ਨੇ ਜਾਂ ਗ੍ਰੇਡ 12 ਕਰਕੇ ਆਏ ਹੋ, ਤੁਹਾਡਾ ਆਈਲੈਟਸ ਦਾ ਸਕੋਰ ਵੀ ਘੱਟ ਹੈਗਾ, 400 ਤੋਂ ਥੱਲੇ ਬੈਠੇ ਹੋ, ਤੇ ਮੂਵਿੰਗ ਆਊਟ ਟੂ ਅਦਰ ਪ੍ਰੋਵਿੰਸਸ ਇਜ਼ ਅ ਬੈਟਰ ਆਪਸ਼ਨ। ਐਂਡ ਵਿਨੀਪੈਗ ਮੈਨੀਟੋਬਾ ਜਾਣ ਲੱਗਿਆਂ 10 ਵਾਰੀ ਸੋਚੋ, ਬਿਕੋਜ਼ ਬਹੁਤ ਸਾਰੇ ਸਾਡੇ ਬੱਚੇ ਮੂਵ ਹੋਏ ਹੋਏ ਹੈ। ਜਦੋਂ ਵੀ ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋ ਕੇ ਪੜ੍ਹਾਈ ਕਰਕੇ ਉੱਥੇ ਮੂਵ ਹੁੰਦੇ ਹੋ ਤੇ ਤੁਹਾਡੇ 200 ਪੁਆਇੰਟ ਨੈਗੇਟਿਵ ਹੋ ਜਾਂਦੇ ਨੇ। ਸੋ ਉਹ ਜ਼ਰੂਰ ਕੈਲਕੂਲੇਟ ਕਰਿਆ ਜੇ, ਦਿਮਾਗ ਦੇ ਵਿੱਚ ਰੱਖਿਆ ਜੇ ਬਿਫੋਰ ਮੂਵਿੰਗ ਟੂ ਦੈਟ ਪ੍ਰੋਵਿੰਸ। ਐਂਡ ਇਨ ਦਾ ਮੀਨ ਟਾਈਮ ਦੇਖੋ ਕਿ ਕਿਹੜਾ ਪ੍ਰੋਵਿੰਸ ਤੁਹਾਡੇ ਵਾਸਤੇ ਕੰਡਿਊਸਿਵ ਹੈਗਾ, ਉਹਦੇ ਵਾਸਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲਓ ਐਂਡ ਬੈਠ ਕੇ ਡਿਸਕਸ ਕਰੋ। ਐਂਡ ਜੇ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਹੈਗੇ ਹੋ, ਤੁਹਾਡਾ EMPLOYER LMI ਹੈ, PNP ਵਾਸਤੇ ਹੈਲਪ ਕਰ ਰਿਹਾ, ਤੁਹਾਡੇ ਕੋਲ ਕੋਈ ਵੀ EMPLOYER ਕੰਸਲਟੈਂਟ ਇਹੋ ਜਿਹਾ ਨਹੀਂ ਹੈਗਾ ਜਿਹੜਾ ਹੈਲਪ ਕਰ ਸਕੇ, ਤੇ ਇੱਕ ਵਾਰੀ ICC ਤੇ ਸਾਨੂੰ ਕੰਟੈਕਟ ਕਰੋ। ਵੀ ਵਿਲ ਹੈਲਪ ਯੂ ਐਂਡ ਯੋਰ EMPLOYER ਇਨ ਗੈਟਿੰਗ LMIs ਐਂਡ PNPs ਡਨ ਫॉर ਯੂ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ, ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ। ਅੱਛਾ ਮਨੂ ਜੀ, ਵਿਜ਼ਟਰ ਬਾਰੇ ਵੀ ਦੱਸੋ, ਕਿਉਂਕਿ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਜਿਹੜੇ ਵਿਜ਼ਟਰ ਆਉਂਦੇ ਨੇ ਇੱਥੇ ਭੈਣ ਭਰਾ, ਤੇ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਇੱਥੇ ਵਰਕ ਪਰਮਿਟ ਲਈਏ ਜਾਂ ਥੋੜਾ PR ਲਈ ਵਧੀਏ। ਸਿਮਰਤ ਜੀ, ਮੈਂ ਜਦੋਂ ਵੀ ਕੋਈ ਵਿਜ਼ਟਰ ਆਉਂਦਾ ਮੇਰੇ ਕੋਲ ਜਾਂ ਜਦੋਂ ਵੀ ਮੈਂ ਟਾਕ ਸ਼ੋ ਕਰਦਾ, ਮੈਂ ਕਹਿੰਦਾ ਭਾਈ ਇੱਕ ਚੀਜ਼ ਦਾ ਜ਼ਰੂਰ, ਤੁਹਾਨੂੰ ਕੋਈ ਵੀ ਜੌਬ ਪਬਲਿਕ ਪਾਲਿਸੀ ਹੈਗੀ 2025 ਤੱਕ ਐਕਸਟੈਂਡ ਹੋ ਗਈ, ਸੋ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ। ਬਟ ਫਾਇਦਾ ਲੈਣ ਲੱਗਿਆ ਆਹ ਚੀਜ਼ ਜ਼ਰੂਰ ਸੋਚਿਓ ਕਿ ਤੁਹਾਡੀ ਏਜ ਕੀ ਹੈਗੀ ਹੈ, ਤੁਹਾਡੀ ਐਜੂਕੇਸ਼ਨ ਕੀ ਹੈਗੀ ਹੈ, ਤੁਹਾਡੇ ਕੋਲ ਲੈਂਗੁਏਜ ਸਕਿੱਲਸ ਕਿਸ ਤਰ੍ਹਾਂ ਦੀਆਂ ਹੈਗੀਆਂ, ਤੇ ਤੁਹਾਡੇ ਕੋਲ ਐਕਸਪੀਰੀਅੰਸ ਕੀ ਹੈਗਾ। ਉਸ ਹਿਸਾਬ ਨਾਲ ਸੋਚਿਆ ਜੇ ਕਿਹੜਾ ਪ੍ਰੋਵਿੰਸ, ਕਿਹੜੀ ਜੌਬ ਤੁਹਾਨੂੰ PR ਵਾਸਤੇ ਕੁਆਲੀਫਾਈ ਕਰਾਏਗੀ। ਬਹੁਤ ਸਾਰੇ ਮੇਰੇ ਕੋਲ ਦੋਸਤ ਆਉਂਦੇ ਨੇ ਜਿਹੜੇ 40 ਸਾਲ ਤੋਂ ਉੱਪਰ ਹੈਗੇ ਨੇ, 45 ਤੋਂ ਉੱਪਰ ਹੈਗੇ ਨੇ, 50 ਦੇ ਆਸ-ਪਾਸ ਹੈਗੇ ਨੇ, ਐਜੂਕੇਸ਼ਨ ਹੈਗੀ ਗ੍ਰੇਡ 12 ਆਈਲੈਟ ਦੇ ਵਿੱਚ। ਉਹ ਕਹਿੰਦੇ ਨੇ ਅਸੀਂ 4-5 ਬੈਂਡ ਲੈ ਲਵਾਂਗੇ, 5.5 ਵੀ ਲੈ ਲਵਾਂਗੇ, ਬਟ
ਜਦੋਂ ਤੁਸੀਂ 5.5 ਲਓਗੇ ਗ੍ਰੇਡ 12 ਦੇ ਨਾਲ ਓਨਟਾਰੀਓ ਦੇ ਵਿੱਚ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਜਾਂ ਈਵਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਣੀ ਮੁਸ਼ਕਲ ਹੈਗੀ ਹੈ। ਐਂਡ ਇੱਕ ਚੀਜ਼ ਜ਼ਰੂਰ ਦੇਖਿਓ ਕਿ ਉਹ ਜਿਹੜੀ ਜੌਬ ਆ ਤੁਹਾਨੂੰ ਆਫਰ ਹੋ ਰਹੀ ਹੈ ਉਸ ਟ੍ਰੇਡ ਦੇ ਵਿੱਚ ਨੌਕ ਸੀ ਦੇ ਡੀ ਦੇ ਵਿੱਚ ਕੋਈ ਐਪਲੀਕੇਸ਼ਨ ਪਿਕ ਵੀ ਹੋਈਆਂ ਪਿਛਲੇ ਸਾਲ 1.5 ਸਾਲ ਦੇ ਵਿੱਚ ਜਾਂ ਨਹੀਂ ਹੋਈ, ਜੇ ਹੋਈ ਤਾਂ ਕਿਸ ਸਕੋਰ ਤੇ ਹੋਈ ਹੈ। ਤੁਹਾਡੇ ਵਾਸਤੇ ਇੱਕੋ ਹੀ ਚੀਜ਼ ਰਿਕਮੈਂਡਡ, ਮੂਵ ਟੂ ਦੈਟ ਪ੍ਰੋਵਿੰਸ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਪੁਆਇੰਟ ਸਿਸਟਮ ਨਹੀਂ ਹੈਗਾ, ਜਿੱਥੇ ਆਕੂਪੇਸ਼ਨ ਸਪੈਸੀਫਿਕ ਡਰਾਜ਼ ਨਹੀਂ ਹੈਗੇ, ਤਾਂ ਕਿ ਤੁਹਾਡੀ ਸਾਲ ਬਾਅਦ ਤੁਸੀਂ ਆ ਨਾ ਸੋਚੋ ਮੇਰਾ ਡਿਸੀਜਨ ਗਲਤ ਹੋ ਗਿਆ। ਤੁਹਾਡੇ ਸਾਲ ਬਾਅਦ ਇਹ ਹੋਣਾ ਚਾਹੀਦਾ ਇਟ ਵਾਜ਼ ਅ ਰਾਈਟ ਡਿਸੀਜਨ ਐਂਡ ਮੈਂ ਪੀਆਰ ਦੇ ਨੇੜੇ ਆ ਗਿਆ ਬਿਕੋਜ਼ ਪੀਐਨਪੀ ਮੇਰੇ ਕੋਲ ਅਪਰੂਵ ਹੋ ਕੇ ਆ ਗਈ ਹੈਗੀ। ਸੋ ਆਈਸੀਸੀ ਇਮੀਗ੍ਰੇਸ਼ਨ ਕੋਲ ਵੀ ਸਾਡੇ ਕੋਲ ਓਪਨਿੰਗਸ ਹੈਗੀਆਂ। ਆਪਣੇ ਜੇ ਤੁਸੀਂ ਕੈਨੇਡਾ ਵਿਜ਼ਿਟ ਵੀਜ਼ਾ ਤੇ ਆਏ ਹੋਏ ਹੋ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰੋ। ਵੀ ਮਾਈਟ ਬੀ ਇਨ ਅ ਪੋਜੀਸ਼ਨ ਟੂ ਅਸਿਸਟ ਯੂ ਐਂਡ ਗੈਟ ਯੂ ਇੰਟਰਵਿਊਡ ਵਿਦ ਐਨ ਐਮਪਲੋਇਰ ਐਂਡ ਤੁਸੀਂ ਸਾਡੇ 99% ਜਿਹੜੇ EMPLOYERS ਹੈਗੇ ਨੇ ਉਹ PNP ਕੁਆਲੀਫਾਈਡ ਹੈਗੇ ਨੇ ਐਂਡ ਦੇ ਵਿਲ ਹੈਲਪ ਯੂ ਇਨ ਪਰਮਾਨੈਂਟ ਯੋਰ ਐਂਡੇਵਰ ਟੁਵਰਡਸ ਪਰਮਾਨੈਂਟ ਰੈਜ਼ੀਡੈਂਸੀ ਐਜ਼ ਵੈਲ। ਅੱਛਾ ਮਨੂ ਜੀ, ਜਾਣ ਤੋਂ ਪਹਿਲਾਂ ਕੁਝ ਹੋਰ ਤੁਸੀਂ ਐਡ ਕਰਨਾ ਚਾਹੋ ਤੇ ਨਾਲ ਹੀ ਜਿਹੜਾ ਆਪਣੇ ਦਰਸ਼ਕਾਂ ਨੂੰ ਆਪਣੀ ਜਿਹੜਾ WhatsApp ਨੰਬਰ ਤੇ ਆਪਣੇ ਆਫਿਸ ਦਾ ਨੰਬਰ ਜ਼ਰੂਰ ਸਾਂਝਾ ਕਰਿਓ। ਜੀ ਕੋਈ ਵੀ ਜੇ ਤੁਸੀਂ ਟ੍ਰੇਡ ਦੇ ਨਾਲ ਤਾਲੁਕ ਹੈਗਾ, ਵੈਲਡਰਸ ਖਾਸ ਕਰ, ਮਸ਼ੀਨਿਸਟ ਖਾਸ ਕਰ, ਜੇ ਤੁਹਾਡੇ ਕੋਲ ਵੈਲਡਿੰਗ ਦਾ ਐਕਸਪੀਰੀਅੰਸ ਹੈ, ਹੈਵੀ ਵੈਲਡਿੰਗ ਦਾ, ਮਸ਼ੀਨਿਸਟ ਦਾ ਐਕਸਪੀਰੀਅੰਸ ਹੈ, CNC ਪ੍ਰੋਗਰਾਮਰ ਦੇ ਤੌਰ ਤੇ ਕੰਮ ਕੀਤਾ ਹੋਇਆ ਤੇ ਆਪਣੇ ਪ੍ਰੋਫਾਈਲ ਆਪਣੇ CV ਸਾਡੇ ਨਾਲ ਸ਼ੇਅਰ ਕਰ ਦਿਓ। ਵਿਦ ਇਨ ਕੈਨੇਡਾ ਹੈਗੇ ਹੋ ਤਾਂ ਵੀ, ਜੇ ਮਿਡਲ ਈਸਟ ਦੇ ਵਿੱਚ ਹੈਗੇ ਹੋ, ਇੰਡੀਆ ਦੇ ਵਿੱਚ ਹੈਗੇ ਹੋ, ਕਿਸੇ ਹੋਰ ਕੰਟਰੀ ਦੇ ਵਿੱਚ ਹੈਗੇ ਹੋ ਤਾਂ ਵੀ ਸ਼ੇਅਰ ਕਰ ਦਿਓ ਬਿਕੋਜ਼ ਐਮਪਲੋਇਰ ਪ੍ਰੀ ਅਪਰੂਵਡ LMIS ਹੈਗੇ ਨੇ। ਐਮਪਲੋਇਰ ਤੁਹਾਨੂੰ ਇੰਟਰਵਿਊ ਕਰੇਗਾ, ਵਰਕ ਪਰਮਿਟ ਤੇ ਲੈ ਕੇ ਆਏਗਾ ਐਂਡ PNP ਵਾਸਤੇ ਹੈਲਪ ਕਰੇਗਾ, ਪਰਮਾਨੈਂਟ ਰੈਜ਼ੀਡੈਂਸੀ ਵਾਸਤੇ। ਇਸੇ ਤਰ੍ਹਾਂ ਟਰੱਕਰਸ, ਜੇ ਟਰੱਕਿੰਗ ਦੇ ਵਿੱਚ ਹੈਗੇ ਹੋ, ਵਿਦ ਇਨ ਕੈਨੇਡਾ ਹੈਗੇ ਹੋ ਗ੍ਰੇਡ, ਜੇ ਆਊਟਸਾਈਡ ਹੈਗੇ ਹੋ ਤਾਂ ਵੀ ਸਾਨੂੰ ਸੰਪਰਕ ਕਰੋ। ਐਂਡ ਜੇ ਕੋਈ ਵੀ ਦੋਸਤ ਸਾਡਾ ਵਿਜ਼ਿਟ ਵੀਜ਼ਾ ਤੇ ਆਇਆ ਐਂਡ ਆਪਣੀ ਆਪਸ਼ਨਸ ਡਿਸਕਸ ਕਰਨਾ ਚਾਹੁੰਦਾ, ਭਾਵੇਂ ਬਿਜ਼ਨਸ ਕਰਦੇ ਆਏ ਹੋ, ਜੌਬ ਕਰਦੇ ਆਏ ਹੋ, ਜਿਸ ਮਰਜ਼ੀ ਏਜ ਦੇ ਵਿੱਚ ਜੋ ਐਜੂਕੇਸ਼ਨ ਹੈਗੀ ਹੈ, ਵੀ ਵਿਲ ਗਿਵ ਯੂ ਅ ਸਟ੍ਰੇਟ ਫਾਰਵਰਡ ਐਡਵਾਈਸ। ICC ਇਮੀਗ੍ਰੇਸ਼ਨ ਦਾ ਸਾਡਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ ਜੀ, 1137 ਡੇਰੀ ਰੋਡ ਈਸਟ। ਸਾਡਾ ਫੋਨ ਨੰਬਰ ਹੈਗਾ 905 461 2424 905 461 2424। WhatsApp ਨੰਬਰ ਹੈਗਾ 647 850 9000 647 850 9000 ਐਂਡ ਈਮੇਲ ID ਹੈਗਾ info@iccimmigration.ca info@iccimmigration.ca। ਥੈਂਕ ਯੂ ਵੈਰੀ ਮਚ ਸਿਮਰਤ ਜੀ। ਥੈਂਕ ਯੂ ਮਨੂ ਜੀ, ਅੱਜ ਸਟੂਡੀਓ ਵਿੱਚ ਆਉਣ ਲਈ ਤੇ ਜਿਹੜੀ ਸਾਰੀ ਇਮੀਗ੍ਰੇਸ਼ਨ ਸੰਬੰਧੀ ਨਵੀਂ ਅਪਡੇਟਸ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।